असलामुअलैकुम। 4 स्टार सियासी डेरे दे खुश आमदीद। हजूर साडी दुआ है तुसी जिथे जिथे भी तशरीफ फरमा गए हो, अल्लाह पाक तुहानू सारिआं नू सेहत तंदुरुस्ती अता फरमावे। बस यार बड़ियां बड़ियां खबरां आ गईयां ने ते तुहानू पता है असीं तुहाडे कोल बड़ियां बड़ियां जबरदस्त खबरां लिआदे आने आ। तुहाडे अगे गुजारिश है अगर तुसीं चैनल नू सबसक्राइब नहीं कीता ते सबसक्राइब कर देना ते बैल आइकन दे बटन नू लाजमन दबा देना। इमरान खान दा जिहड़ा हैगा ना फौजी ट्रायल ਇਹ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਿਹੜੇ 9 ਮਈ ਦੇ ਮੁਜਰਮਾਂ ਨੂੰ ਠਿਕਾਣੇ ਲਗਾਉਣ ਦਾ ਵਕਤ ਵੀ ਆ ਗਿਆ ਹੈ। ਚੀਫ ਜਸਟਿਸ ਸਾਹਿਬ ਦੀ ਵੀਡੀਓ ਬਣਾਉਣ ਨਾਲ ਐਸਪੀ ਨੂੰ ਨੌਕਰੀ ਤੋਂ ਫਾਰਿਗ ਕਰ ਦਿੱਤਾ ਗਿਆ ਹੈ। ਇਹ ਤਿੰਨ ਮੁxtਲਿਫ ਗੱਲਾਂ ਦੇ ਤੁਹਾਡੇ ਨਾਲ ਬਾਤ ਕਰਾਂਗੇ। ਲੋ ਜੀ, ਹੁਣ 27ਵੀਂ ਤਰਮੀਮ ਵੀ ਜਿਹੜੀ ਹੈਗੀ ਨਾ ਅਮਨ ਵਾਲੀ ਹੈਗੀ ਹੈ। ਪਹਿਲੋਂ ਗੌਰਮੈਂਟ ਨੇ 26ਵੀਂ ਤਰਮੀਮ ਮਨਜ਼ੂਰ ਕਰਾਈ ਹੈ ਤੇ ਹੁਣ 27ਵੀਂ ਤਰਮੀਮ ਵੀ ਜਿਹੜੀ ਨਾ ਅਮਨ ਵਾਲੀ ਜਿਹੜੀ ਨਾ ਹੈਗੀ ਹੈ। ਤੇ ਜਿਹੜਾ ਬਾਹਰ ਦੀਆਂ ਮੁਲਕਾਂ ਦੇ ਜਿਹੜਾ ਪ੍ਰੋਜੈਕਟ ਇਮਰਾਨ ਸ਼ੁਰੂ ਕੀਤਾ ਸੀ ਉਹਦਾ ਵੀ ਇਖਤਤਾਮ ਆਸਤਾ ਆਸਤਾ ਜਿਹੜਾ ਹੈਗਾ ਨਾ ਇਖਤਤਾਮ ਹੋ ਰਿਹਾ ਗਿਆ ਹੈ। ਅਮਰੀਕਾ ਔਰ ਬਰਤਾਨੀਆ ਦੀ ਜਿਹੜੀ ਬੇਚੈਨੀ ਉਹਦੇ 'ਚ ਬੜਾ ਜ਼ਿਆਦਾ ਇਜ਼ਾਫਾ ਹੁੰਦਾ ਪਿਆ ਗਿਆ ਹੈ। ਪਹਿਲੇ ਅਮਰੀਕੀ ਕਾਂਗਰਸ ਦੇ 60 ਅਰਕਾਨ ਨੇ ਇਮਰਾਨ ਖਾਨ ਦੀ ਰਿਹਾਈ ਵਾਸਤੇ ਨਾ ਅਮਰੀਕੀ ਸਦਰ ਨੂੰ ਖਤ ਲਿਖ ਦਿੱਤਾ ਗਿਆ, ਜਿੰਦੇ 'ਚੋਂ ਪਤਾ ਨਹੀਂ ਸੁਣਨ 'ਚ ਆਇਆ ਕਿ 20 ਯਹੂਦੀ ਨੇ, ਕੋਈ 40 ਕੋ ਹੋਰ ਬੰਦੇ ਨੇ, ਕੋਈ 20 ਆਦਮੀ ਜਿਨ ਪ੍ਰਸਤ ਹੈਗੇ ਨੇ, ਬਸ ਅੱਲਾ ਖੈਰ ਹੀ ਕਰੇ। ਉਹਨਾਂ ਨੇ ਖਤ ਲਿਖ ਦਿੱਤਾ ਗਿਆ। ਬਰਤਾਨੀਆ ਦੇ ਵੀ ਜਿਹੜੇ 20 ਅਰਕਾਨ ਹੈਗੇ ਨਾ ਵਜ਼ੀਰ ਆਜ਼ਮ ਦੇ, ਉਹਨਾਂ ਨੇ ਪਾਰਲੀਮੈਂਟ ਦੇ, ਉਹਨਾਂ ਨੇ ਆਪਣੇ ਵਜ਼ੀਰ ਆਜ਼ਮ ਨੂੰ ਖਤ ਲਿਖਤਾ ਜੀ ਕਿ ਪਾਕਿਸਤਾਨ ਦੀ ਹਕੂਮਤ ਦੇ ਦਬਾਅ ਵਧਾਇਆ ਜਾਵੇ, ਪਾਕਿਸਤਾਨ ਦੀ ਹਕੂਮਤ ਦੇ ਦਬਾਅ ਵਧਾਇਆ ਜਾਵੇ ਤੇ ਇਮਰਾਨ ਖਾਨ ਨੂੰ ਜਿਹੜਾ ਹੈਗਾ ਨਾ ਰਿਹਾ ਕੀਤਾ ਜਾਵੇ। ਇਹ ਸਮਝ ਇਹ ਨਹੀਂ ਆ ਰਹੀ ਪਈਗੀ ਇਹ ਜਿਹੜੇ ਮਗਰਬੀ ਮੁਲਕ ਹੈਗੇ ਨੇ ਇਹਨਾਂ ਨੂੰ ਕੀ ਮਸਲਾ ਬਣਿਆ ਹੈ ਇਮਰਾਨ ਖਾਨ ਤੋਂ। ਇਹ ਜਿਹੜੇ ਉਹਨਾਂ ਦੀ ਰਿਹਾਈ ਦੇ ਵਾਸਤੇ ਜਿਹੜਾ ਹੈਗਾ ਨਾ ਕੋਸ਼ਿਸ਼ਾਂ ਕਰਦੇ ਪੈਂਦੇ, ਜਿਹੜਾ ਉਹਨਾਂ ਦਾ ਮੀਡੀਆ ਹੈਗਾ ਬੜੀ ਮਹਿੰਗੀ ਕੰਪੇਨ ਪੈਸੇ ਜਿਹੜਾ ਇਸ਼ਤਿਹਾਰ ਚਲਾਉਂਦਾ ਪਿਆ ਜਾਂ ਬੜੀ ਮਹਿੰਗੀ ਕੰਪੇਨ ਕਰਦਾ ਪਿਆ ਗਿਆ ਤੇ ਜਿਹੜਾ ਹੈਗਾ ਨਾ ਇਹ ਸਾਡੀ ਤਾਂ ਸਮਝੋ ਗੱਲ ਬਾਹਰ ਹੈਗੀ ਹੈ। ਅੰਜਾਮ ਦਿੱਤਾ ਹੈ, ਪਤਾ ਨਹੀਂ ਇਮਰਾਨ ਖਾਨ ਨੇ ਕਿਹੜਾ ਇਹਨਾਂ ਦਾ ਕੰਮ ਅੰਜਾਮ ਦਿੱਤਾ ਗਿਆ ਜਿੰਨੀ ਵੀਆਂ ਤੋਂ ਇਮਰਾਨ ਖਾਨ ਦੀ ਰਿਹਾਈ ਵਾਸਤੇ ਕੋਸ਼ਿਸ਼ਾਂ ਹੁੰਦੀਆਂ ਪਈਆਂ ਨੇ। ਇਮਰਾਨ ਖਾਨ ਨੇ ਹਮੇਸ਼ਾ ਮਗਰਬ ਦੇ ਖਿਲਾਫ ਗੱਲ ਕੀਤੀ ਹੈਗੀ ਹੈ, ਮਗਰਬੀ ਜਿਹੜੀ ਰਵਾਇਤ ਦੀ ਨਫੀ ਕੀਤੀ ਹੈਗੀ ਹੈ। ਜਦੋਂ ਅਫਗਾਨਿਸਤਾਨ ਦੇ ਵਿੱਚ ਜੰਗ ਲੱਗੀ ਸੀ, ਜੰਗ ਔਰ ਡਰੋਨ ਦੀ ਮੁਖਾਲਫਤ ਕੀਤੀ, ਡਰੋਨ ਦੇ ਹਮਲਿਆਂ ਦੀ ਮੁਖਾਲਫਤ ਕੀਤੀ, ਜ਼ਾਰੀ ਗੱਲ ਫਿਰ ਉਹਨੇ ਅਮਰੀਕਾ ਦੀ ਮੁਖਾਲਫਤ ਕੀਤੀ। ਤਾਲਿਬਾਨ ਨੂੰ ਅਮਰੀਕੀ ਦੌਰ ਦੇ ਵਿੱਚ ਪਿਸ਼ਾਵਰ ਦੇ ਵਿੱਚ ਆਪਦਾ ਸਿਆਸੀ ਦਫ਼ਤਰ ਕਾਇਮ ਕਰਨ ਦੀ ਇਜਾਜ਼ਤ ਦਿੱਤੀ। ਅਮਰੀਕੀ ਫੌਜ ਦੇ ਇਨਖਲਾ ਦੇ ਵਕਤ ਜਦੋਂ ਅਮਰੀਕੀ ਫੌਜ ਜੰਗ ਲੜਦੇ ਥੱਕ ਹਾਰ ਤੇ ਜਾ ਰਹੀ ਸੀ ਵਾਪਸ, ਤੇ ਉਹਨੂੰ ਤਾਲਿਬਾਨ ਦੀ ਫਤਹ ਕਰਾਰ ਦਿੱਤਾ ਗਿਆ ਤੇ ਜਿਹੜੇ ਦਹਿਸ਼ਤਗਰਦਾਂ ਨੂੰ ਅਮਰੀਕਾ ਔਰ ਨੈਟੋ ਫੌਜੀਆਂ ਨੇ ਫੜਿਆ ਸੀ, ਗ੍ਰਿਫਤਾਰ ਕੀਤਾ ਸੀ, ਤਾਂ ਉਹਨਾਂ ਨੂੰ ਇਮਰਾਨ ਖਾਨ ਪਾਕਿਸਤਾਨ ਲੈ ਆਇਆ, ਉਹਨਾਂ ਨੂੰ ਰਿਹਾ ਕਰਵਾਇਆ ਤੇ ਉਹਨਾਂ ਨੂੰ ਪਾਕਿਸਤਾਨ ਲੈ ਆਇਆ। ਇਮਰਾਨ ਖਾਨ ਜਿਹੜਾ ਦੌਰ ਹੈਗਾ ਨਾ ਪਾਕਿਸਤਾਨ ਦੀ ਤਾਰੀਖ ਦਾ ਬਦਤਰੀਨ ਦੌਰ ਸੀ। ਉਹਨੇ ਮੁਖਾਲਫ ਸਿਆਸੀ ਜਮਾਤਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ, ਜਿੰਦੇ ਮੀਆਂ ਨਵਾਜ਼ ਸ਼ਰੀਫ ਵੀ ਆਇਆ, ਹਮਜ਼ਾ ਸ਼ਹਬਾਜ਼ ਵੀ ਆਇਆ, ਸਦਰ ਆਸਫ ਅਲੀ ਜ਼ਰਦਾਰੀ ਸਾਹਿਬ ਵੀ ਆਏ। ਮੀਡੀਆ ਉੱਤੇ ਪਾਬੰਦੀਆਂ ਲਾ ਦਿੱਤੀਆਂ, ਜਲਸੇ ਜਲੂਸਾਂ ਦੇ ਵਿੱਚ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ, ਤਰੀਕੇ ਲੱਬਾਈ ਕਾਲਿਆਂ ਨੂੰ ਮਾਰੇ ਗਿਆ। ਖਵਾਤੀਨ ਦੇ ਜਿਹੜੇ ਲਿਬਾਸ ਹੈਗੇ ਸਨ ਉਹਨਾਂ ਨੂੰ ਰੇਪ ਦਾ ਸਬਬ ਕਰਾਰ ਦਿੱਤਾ ਕਿ ਅਵਾਮ ਦੀ ਫਲਾਹ ਬਬੂਦ ਵਾਸਤੇ ਕੋਈ ਅਵਾਮ ਦੀ ਕੰਮ ਜਿਹੜੀ ਨਾ ਕੰਮ ਕਰਨ ਵਾਸਤੇ ਅਵਾਮ ਦੇ ਇੱਕ ਮਨਸੂਬਾ ਵੀ ਸ਼ੁਰੂ ਨਾ ਕੀਤਾ ਗਿਆ। ਲੋਕਾਂ ਨੂੰ ਗੁੰਮਰਾਹ ਕੀਤਾ, ਆਖਿਆ ਕਿ ਤੁਹਾਨੂੰ ਇਹ ਨਾ ਬੰਦਿਆਂ ਨੂੰ 50 ਲੱਖ ਨੌਕਰੀਆਂ ਦੇ ਸਕਿਆ ਤੇ ਨਾ ਉਹ ਮਕਾਨ ਬਣਾ ਦੇ ਸਕਿਆ ਗਿਆ। ਐਸੀ ਕਿਹੜੀ ਖਿਦਮਤ ਕੀਤੀ ਗਈ ਜਿਹੜੀ ਇਮਰਾਨ ਖਾਨ ਨੇ ਕਿ ਅਮਰੀਕੀ ਜਿਹੜੇ ਹੈਗੇ ਨੇ ਮਰੇ ਜਾ ਰਹੇ ਨੇ ਵੀ ਇਹ ਸਾਡਾ ਜਿਹੜਾ ਬੰਦਾ ਹੈਗਾ ਨਾ ਇਹਨੂੰ ਰਿਹਾ ਹੋਣਾ ਚਾਹੀਦਾ। ਇਹ ਸਮਝਾ ਗੱਲ ਬਾਹਰ ਹੈਗੀ ਹੈ, ਇਹ ਬੜਾ ਦੂਰ ਦਾ ਸਵਾਲ ਹੈਗਾ। ਇਮਰਾਨ ਖਾਨ ਨੇ ਕਿਹੜਾ ਕਾਰਨਾਮਾ ਅੰਜਾਮ ਦਿੱਤਾ ਹੈ ਕਿ ਬਰਤਾਨੀਆ ਇਹਨੂੰ ਆਜ਼ਾਦ ਵੇਖਣਾ ਚਾਹੁੰਦਾ ਹੈਗਾ। ਇਹ ਸਾਡੇ ਕੋਲ ਬੜੇ ਜ਼ਿਆਦਾ ਲੋਕੀ ਸਵਾਲ ਪੁੱਛਦੇ ਨੇ ਅਸੀਂ ਕਹਿੰਦੇ ਮੀਆਂ ਪਾਕਿਸਤਾਨ ਨੂੰ ਇਹਨਾਂ ਨੇ ਨਾਕਾਬਲੇ ਤਲਾਫੀ ਨੁਕਸਾਨ ਪਹੁੰਚਾਇਆ। ਇਹਨੇ ਕੌਮ ਦੇ ਬੱਚਿਆਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਆਪਦੀ ਸੋਸ਼ਲ ਮੀਡੀਆ ਇਹਨੇ ਭਰਤੀ ਕੀਤੀ ਤੇ ਕੌਮ ਦੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਵਿੱਚ ਧਕੇਲ ਦਿੱਤਾ ਗਿਆ। ਅਦਲੀਆ ਤੋਂ ਲੈ ਕੇ ਹਰ ਅਦਾਰੇ ਨੂੰ ਤਬਾਹ ਕੀਤਾ ਇਹਨਾਂ ਨੇ। ਜੱਜ ਬੜਾ ਤੁਹਾਡੇ ਸਾਹਮਣੇ ਪੂਰੀ ਸੂਰਤ ਹਾਲ ਹੈਗੀ ਹੈ ਵੀ ਜੱਜਿਸ ਨੂੰ ਕਿਵੇਂ ਇਹਨਾਂ ਨੇ ਖਰੀਦਿਆ, ਕਿਵੇਂ ਇਹਨਾਂ ਦੇ ਮਾਮਲੇ ਤੇ ਜਿਵੇਂ ਮੁਜ਼ਹਿਰ ਨਕਵੀ ਸੀ, ਹੋਰ ਸੀ, ਇਹਨਾਂ ਦੀ ਵੀਡੀਓ ਆਈਆਂ, ਇਹਨਾਂ ਦੀਆਂ ਰਿਕਾਰਡਿੰਗਾਂ ਆਈਆਂ, ਇਹਨਾਂ ਦੇ WhatsApp ਮੈਸੇਜ ਆਏ, ਠੀਕ ਹੈ ਨਾ। ਸਾਰਿਆਂ ਨੇ ਇਮਰਾਨ ਖਾਨ ਦੇ ਨਾਲ ਗੱਠਜੋੜ ਕਰ ਲਿਆ। ਸਾਡੀ ਜਿਹੜੀ ਨਾ ਹਕੂਮਤ ਨੂੰ ਮੁਲਕੀ ਮਾਇਸ਼ਤ ਨੂੰ ਤਬਾਹ ਕੀਤਾ, ਸਾਡੀ ਮੁਲਕੀ ਮਾਇਸ਼ਤ ਨੂੰ ਇਸ ਬੰਦੇ ਨੇ ਤਬਾਹ ਕੀਤਾ। ਸਾਰਿਆਂ ਨਾਲ ਇਹਨੇ ਬੰਦੇ ਨੇ ਵਿਗਾੜੀ
ਇਮਰਾਨ ਖਾਨ ਸੀ ਪੈਕ ਤਿਕਰ ਬੰਦ ਕਰ ਦਿੱਤਾ ਗਿਆ। ਚਾਈਨਾ ਦੇ ਜਿਹੜੇ ਸਾਡੇ ਨਾਲ ਕੋਈ ਮੁਆਸ਼ਰਤ ਹੈਗੀ ਸੀ ਜਾਂ ਕੋਈ ਮਾਮਲਾ, ਉਹਨਾਂ ਦੇ ਉਹਦੇ ਵਾਧੇ ਕਦਮ ਰੋਕ ਦਿੱਤੇ ਗਏ। ਸਾਊਦੀ ਅਰਬ ਨਾਲ ਲੜਾਈ ਕਰ ਲਈ, ਸਾਊਦੀ ਅਰਬ ਨੂੰ ਸਾਡੇ ਤੋਂ ਦੂਰ ਕਰ ਦਿੱਤਾ। ਮੁਤਹਿਦਾ ਅਰਬ ਅਮਾਰਾਤ ਨੂੰ ਸਾਡੇ ਖਿਲਾਫ ਕਰ ਦਿੱਤਾ। ਕਤਰ ਵਗੈਰੇ ਮੁਲਕ ਹੋਰ ਜਿਹੜੇ ਕੋਈ 2-3 ਖਲੀਜੀ ਮਮਾਲਕ ਹੈਗੇ ਸਨ, ਉਹਨਾਂ ਨੂੰ ਸਾਡੇ ਤੋਂ ਨਾਰਾਜ਼ ਕਰ ਦਿੱਤਾ। ਕਸ਼ਮੀਰ ਤਿਕਰ ਵੇਚ ਦਿੱਤਾ ਇਸ ਬੰਦੇ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈਗਾ, ਇਹ ਬੰਦਾ ਗਿਆ ਸੀ ਉੱਥੇ ਅਮਰੀਕਾ ਦੇ ਵਿੱਚ, ਇਹ ਤੇ ਜਨਰਲ ਬਾਜਵਾ। ਇਹ ਵਾਪਸੀ ਆਉਂਦੇ ਬੰਦੇ ਨੇ ਪਤਾ ਕੀ ਆਖਿਆ ਕਿ ਮੈਂ ਜਿਹੜਾ ਨਾ ਵਰਲਡ ਕੱਪ ਜਿੱਤਦੇ ਆਇਆ। ਉਹ ਪਤਾ ਨਹੀਂ ਕਿਹੜਾ ਵਰਲਡ ਕੱਪ ਹੈਗਾ ਸੀ, ਸਾਨੂੰ ਤੇ ਜ਼ਿਕਰ ਕੋਈ ਪਤਾ ਲੱਗਾ ਵੀ ਉਹ ਵਰਲਡ ਕੱਪ ਕਿਹੜਾ ਹੈਗਾ ਸੀ ਜਿਹੜਾ ਜਿੱਤਦੇ ਆਇਆ ਗਿਆ। ਸਾਨੂੰ ਕੋਈ ਪਤਾ ਨਹੀਂ ਗਿਆ ਕਿਹੜਾ ਵਰਲਡ ਕੱਪ ਜਿੱਤਦੇ ਆਇਆ। ਤੁਸੀਂ ਦੱਸਣਾ ਯਾਰ ਜਿਹੜਾ ਵਰਲਡ ਕੱਪ ਜਿੱਤਦੇ ਆਇਆ ਗਿਆ, ਠੀਕ ਹੈ ਨਾ। ਉਹ ਇਹ ਮੈਂ ਆਇਆ, ਉਹਦੇ ਬਾਅਦ ਫੌਰਨ ਜਾਦੇ ਜਿਹੜਾ ਹੈਗਾ ਸੀ ਨਾ, ਇਹਨੇ ਕਬਜ਼ਾ ਕਰ ਲਿਆ ਇੰਡੀਆ ਨੇ ਕਸ਼ਮੀਰ ਦੇ ਉੱਤੇ। ਉਹਦੀ ਸੋਸ਼ਲਿਸਟ ਖਤਮ ਕਰ ਦਿੱਤਾ, ਉਹਨੂੰ ਆਪਦੇ ਨਾਲ ਰਲਾ ਲਿਆ। ਇਹ ਕਹਿੰਦਾ ਸੀ ਮੈਂ ਅੱਧਾ ਘੰਟਾ ਧੁੱਪੇ ਖਲੋਵਾਂ, ਧੁੱਪੇ ਕੋਈ ਨਹੀਂ ਖਲੋਤਾ। ਐਵੇਂ ਕਦੇ ਦਿਨ ਖਲੋਦੇ ਕਰਦੇ ਤਾਂ ਹਰ ਹਫ਼ਤੇ ਆਪਾਂ ਅੱਧਾ ਘੰਟਾ ਧੁੱਪੇ ਖਲੋਣਾ ਕਰਨਾ, 12 ਵਜੇ ਲੈ ਕੇ 12:30 ਵਜੇ ਲੋਕੀ ਨਮਾਜ਼ ਪੜ੍ਹਨਗੇ, ਤੇਰੇ ਧੁੱਪੇ ਖਲੋਵਣ ਜਾ ਦੇ। ਅਫਗਾਨਿਸਤਾਨ ਦੀ ਜਿਹੜੀ ਬੁਰੀ ਹੁਕੂਮਤ ਹੈਗੀ ਨਾ ਤਾਲਿਬਾਨ ਦੀ, ਉਹ ਪਾਕਿਸਤਾਨ ਦੇ ਨਾਲ ਬੜੀ ਨਾਰਾਜ਼ ਹੈਗੀ ਹੈ, ਲੇਕਿਨ ਇਮਰਾਨ ਖਾਨ ਦੇ ਨਾਲ ਦੋਸਤੀ ਦੀਆਂ ਪਿੰਗਾਂ ਪਾਉਂਦੀ ਪਈ ਹੈਗੀ ਹੈ। ਇੰਡੀਆ ਨੇ ਹਰ ਸਤ੍ਹਾ ਦੇ, ਤੁਸੀਂ ਜੋ ਕਾਇਮ ਜੋ ਅਸੀਂ ਇਹਨਾਂ ਨੂੰ ਲਿਆਦਾ ਹੋਏ ਆ, ਹਰ ਸਤ੍ਹਾ ਦੇ ਪਾਕਿਸਤਾਨ ਦੀ ਮੁਖਾਲਫਤ ਕੀਤੀ ਹੈ। ਲੇਕਿਨ ਉਹ ਵੀ ਇਮਰਾਨ ਖਾਨ ਦੀ ਰਿਹਾਈ ਵਾਸਤੇ ਕੋਸ਼ ਆ ਗਿਆ ਹੈ। ਇਮਰਾਨ ਖਾਨ ਦੀ ਕੰਪੇਨ ਕਰਦਾ ਪਿਆ ਕਿ ਇਹਨੂੰ ਰਿਹਾ ਕੀਤਾ ਜਾਵੇ। ਆਖਰ ਕਿਉਂ? ਇਹਦਾ ਜਵਾਬ ਕੀ ਹੋ ਸਕਦਾ ਹੈ? ਇਮਰਾਨ ਖਾਨ ਨੇ ਪਾਕਿਸਤਾਨ ਨੂੰ ਉਹ ਨੁਕਸਾਨ ਪਹੁੰਚਾਇਆ ਤੇ ਜਿਹੜਾ ਕੋਈ ਵੀ ਮਿਲਦੇ ਨਹੀਂ ਪਹੁੰਚਾ ਸਕਿਆ ਗਿਆ। ਇਹਨੇ ਪਾਕਿਸਤਾਨ ਨੂੰ ਇੰਤਸ਼ਾਰ ਦਿੱਤਾ, ਪਾਕਿਸਤਾਨ ਦੇ ਅਦਾਰੇ ਤਬਾਹ ਕੀਤੇ, ਦੋਸਤ ਮੁਲਕਾਂ ਨੂੰ ਨਾਰਾਜ਼ ਕੀਤਾ, ਪਾਕਿਸਤਾਨ ਦੇ ਵਿੱਚ ਬੇਰੋਜ਼ਗਾਰੀ ਨੂੰ ਆਮ ਕੀਤਾ ਗਿਆ। ਜਿਹੜਾ ਕੰਮ ਦੁਸ਼ਮਣ ਨਾ ਕਰ ਸਕਿਆ, ਉਹ ਇਮਰਾਨ ਖਾਨ ਨੇ ਕਰਦੇ ਵਿਖਾਇਆ ਤੇ ਆਪੇ ਉਹਦਾ ਕੰਮ ਸਹੀ ਹੋ ਗਿਆ। ਇਮਰਾਨ ਖਾਨ ਦਾ ਮਾਮਲਾ ਵੀ ਹੁਣ ਖਤਮ ਹੁੰਦਾ ਪਿਆ ਗਿਆ। ਇਹਨਾਂ ਨੂੰ ਤਕਲੀਫ ਹੁੰਦੀ ਵੀ, ਪਰੇਸ਼ਾਨ ਹੁੰਦੇ ਪਏ ਨੇ। ਫੌਜੀ ਅਦਾਲਤਾਂ ਦਾ ਜਿਹੜਾ ਕਿਆਮ ਹੈਗਾ ਨਾ, ਉਹਦੇ ਉੱਤੇ ਰਸਤਾ ਹਮਵਾਰ ਹੁੰਦਾ ਪਿਆ ਗਿਆ। ਇਹਨਾਂ ਨੂੰ ਪਤਾ ਗਿਆ ਰਸਤਾ ਖੁੱਲ ਗਿਆ ਨਾ, ਫੌਜੀ ਅਦਾਲਤਾਂ ਦਾ ਰਸਤਾ ਖੁੱਲ ਗਿਆ, ਇਹਨਾਂ ਦਾ ਪਾਕਿਸਤਾਨ 'ਚ ਖਾਤਮਾ ਹੋ ਜਾਵੇਗਾ। ਜਿਹੜੇ ਇਹਨਾਂ ਦੇ ਸਹੂਲਤਕਾਰ ਹੈਗੇ ਨੇ, ਉਹਨਾਂ ਦਾ ਹਮੇਸ਼ਾ ਵਾਸਤੇ ਖਾਤਮਾ ਹੋ ਜਾਵੇਗਾ। ਜਿਹੜੇ ਸਿਆਸੀ ਦਹਿਸ਼ਤਗਰਦ ਹੈਗੇ ਨੇ, ਜਿਹੜੇ ਡਿਜੀਟਲ ਦਹਿਸ਼ਤਗਰਦ ਹੈਗੇ ਨੇ, ਹੋਰ ਤਰ੍ਹਾਂ ਦੇ ਜਿਹੜੇ ਦਹਿਸ਼ਤਗਰਦ ਹੈਗੇ ਨੇ, ਜਿਨ੍ਹਾਂ ਨੂੰ ਜਿਹੜਾ ਹੈਗਾ ਨਾ ਸਾਰੇ ਬੰਦਿਆਂ ਨੇ ਸਾਰੇ ਦਾ ਖਾਤਮਾ ਹੋ ਜਾਵੇਗਾ। ਬੈਨ ਅਲ-ਅਕਵਾਮੀ ਤਾਕਤਾਂ ਨੇ ਜਿਸ ਤਰ੍ਹਾਂ ਪ੍ਰੋਜੈਕਟ ਇਮਰਾਨ ਨੂੰ ਲਾਂਚ ਕੀਤਾ, ਉਹਦੇ ਖਾਤਮੇ ਦਾ ਵਕਤ ਹੁਣ ਆ ਗਿਆ ਹੈ। ਇਮਰਾਨ ਖਾਨ ਉਹਨੇ ਸਹੂਲਤਕਾਰਾਂ ਸਮੇਤ ਇਹਨਾਂ ਨੂੰ ਠਿਕਾਣੇ ਲਗਾਇਆ ਜਾਵੇਗਾ। 27ਵੀਂ ਤਰਮੀਮ ਆਈਨੀ ਤਰਮੀਮ ਉਹ ਇਸੇ ਵਾਸਤੇ ਹੀ ਆ ਰਹੀ ਹੈ। ਇਹ ਤਰਮੀਮ ਦੇ ਲਾਗੂ ਹੋਣ ਤੋਂ ਬਾਅਦ ਫੌਜੀ ਅਦਾਲਤਾਂ ਦਾ ਜਿਹੜਾ ਰਸਤਾ ਹਮਵਾਰ ਹੋ ਜਾਵੇਗਾ। 9 ਮਈ ਦੇ ਮੁਜਰਮਾਂ ਨੂੰ ਸਜ਼ਾ ਦਿੱਤੀ ਜਾਵੇਗੀ। ਟ੍ਰਾਇਲ ਫੌਜੀ ਅਦਾਲਤਾਂ ਦੇ ਵਿੱਚ ਹੋਵੇਗਾ। ਸਿਵਲ ਜਿਹੜੀਆਂ ਅਦਾਲਤਾਂ ਹੈਗੀਆਂ ਨੇ, ਫੈਸਲਾ ਕੋਈ ਅਦਾ ਕਰਨ ਤੋਂ ਕਾਸਰ ਹੈਗੀਆਂ ਨੇ। ਕੋਈ 100 ਮਜਬੂਰੀਆਂ ਜਾਂ 100 ਮਾਮਲਾਤ ਹੁੰਦੇ ਨੇ। ਜਿਹੜੀ ਪੀਟੀਆਈ ਦੀ ਜਿਹੜੀ ਸਾਰੀ ਕਿਆਦਤ ਹੈਗੀ ਹੈ ਨਾ, ਇਹ 27ਵੀਂ ਤਰਮੀਮ ਵਾਸਤੇ ਤਿਆਰ ਹੋ ਜਾਏਗੀ। ਮੌਲਾਨਾ ਫਜ਼ਲ ਰਹਿਮਾਨ ਦੀ ਵੀ ਜਿਹੜੀ ਨਾ ਹੁਣ ਮੁਨਦ ਕੋ ਨਹੀਂ ਕੀਤੀ ਜਾਣੀ, ਇਹ ਵੀ ਤੁਹਾਨੂੰ ਦੱਸ ਛੱਡੀ ਹੈ। ਘੁੰਮਣ ਦਾ ਵੀ ਇੰਤਜ਼ਾਮ ਕਰ ਲਿਆ ਗਿਆ ਹੈ। ਪੀਟੀਆਈ ਦੀ ਜਿਹੜੀ ਸਾਰੀ ਪਾਰਟੀ ਹੈਗੀ ਨਾ, ਇਹ ਵੋਟ ਦੇਣ ਵਾਸਤੇ ਤਿਆਰ ਹੈ। ਇਹਨਾਂ ਨੇ ਮਜ਼ਾਮਤ ਦਾ ਬਿਆਨਾ ਛੱਡ ਦੇ ਤੇ ਜਿਹੜਾ ਹੈਗਾ ਨਾ ਬੰਦੇ ਦੇ ਪੁੱਤਰਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪਹਿਲੀ ਵਾਰੀ ਪੀਟੀਆਈ ਨੇ ਆਪਣੀ ਮੀਟਿੰਗ ਦੇ ਵਿੱਚ ਨਿਸ਼ਾਰੀ ਟੋਲਾ ਜਿਹੜਾ ਬਾਹਰ ਬੈਠਾ, ਸ਼ਬਾਜ ਗਿੱਲ ਤੇ ਸ਼ਹਜ਼ਾਦ ਅਕਬਰ ਤੇ ਇਹ ਜਿਹੜੇ ਹੋਰ ਬੰਦੇ ਹੈਗੇ ਨੇ, ਇਹਨਾਂ ਨੂੰ ਪਹਿਲੀ ਵਾਰੀ ਉਹਨਾਂ ਨੇ ਜਿਹੜਾ ਹੈਗਾ ਨਾ ਮਤਲਬ ਨਹੀਂ ਕੀਤਾ ਗਿਆ। ਬੁਸ਼ਰਾ ਬੀਬੀ ਦੇ ਜੇਲ੍ਹ ਬਾਹਰ ਨਿਕਲਣ ਤੋਂ ਬਾਅਦ ਜਸੇ ਜਲੂਸ ਸ਼ੁਰੂ ਹੋ ਗਏ ਨੇ KPK ਦੇ ਵਿੱਚ ਉਹ ਜਲਸੇ ਕਰਨ ਦੇ। ਇੱਧਰ ਪੰਜਾਬ ਵਾਲੀ ਸਾਈਡ ਤੇ ਮਹਿਵਾਨ ਦੀ ਵੀ ਨਹੀਂ। ਕੌਮੀ ਅਸੈਂਬਲੀ 'ਚ ਫਾਰਵਰਡ ਬਲਾਕ ਵੀ ਜਿਹੜਾ ਹੈਗਾ ਨਾ ਬਣ ਚੁੱਕਿਆ ਹੈ। ਤਸ਼ਕੀਲ ਆਖਰੀ ਮਰਹਲੇ ਦੇ ਵਿੱਚ ਹੈਗੀ ਹੈ। ਕੌਮੀ ਅਸੈਂਬਲੀ 'ਚ ਜਿਹੜੀ ਪੀਟੀਆਈ ਦੇ ਰਕਾਨ ਦੀ ਤਦਾਦ ਹੈਗੀ 40। ਇਹ ਸਾਰਾ ਕੁਝ ਚੰਦ ਦਿਨਾਂ ਵਿੱਚ ਮਿਲ ਮਲੇਆ ਕਰ ਦੇਣਾ। ਇਹ ਜਿਹੜੀ ਤਦਾਦ ਹੋਵੇ ਦੀ ਨਾ ਸੁੰਨੀ ਧਾਤ ਕੌਂਸਲ ਤੋਂ ਵੀ ਅੱਗੇ ਨਿਕਲ ਜਾਵੇ ਦੀ। ਔਰ ਲੋਕਾਂ ਨੂੰ ਜਿਹੜਾ ਹੈਗਾ ਨਾ ਉਹ ਫਿਰ ਜਿਹੜੇ ਸਪੀਕਰ ਸਾਹਿਬ ਹੈਗੇ ਨੇ, ਪਾਰਲੀਮੈਂਟ ਦਾ ਲੀਡਰ ਨਾਮਜ਼ਦ ਕਰਨ ਦੇ। 27ਵੀਂ ਜਿਹੜੀ ਆਨੀ ਤਰਮੀਮ ਹੈਗੀ ਫੈਸਲਾ ਕੋਣ ਦੇ ਕਿਰਦਾਰ ਅਦਾ ਕਰਨ ਦੇ। ਮੌਲਾਨਾ ਜਿਹੜੇ ਹੈਗੇ ਨੇ ਨਾ, ਜਿਹੜੇ 5 ਸੈਨੇਟਰ ਹੈਗੇ ਸੀ ਨਾ ਮੌਲਾਨਾ ਸਾਹਿਬ ਦੇ, ਘੁੰਮਣ ਉਹਨਾਂ ਦਾ ਵੀ ਇੰਤਜ਼ਾਮ ਕਰ ਲਿਆ ਗਿਆ ਹੈ। ਪੀਟੀਆਈ ਦੇ 2 ਸੈਨੇਟਰ ਜਾਂ 4 ਸੈਨੇਟਰਾਂ ਨਾਲ ਘੁੰਮਣ ਰਾਬਤੇ 'ਚ ਹੈਗੀ ਹੈ। ਮਖਸੂਸ ਨਸ਼ਿਸਤਾਂ ਦਾ ਜਿਹੜਾ ਮਾਮਲਾ ਸੁਪਰੀਮ ਕੋਰਟ 'ਚ ਨਹੀਂ ਸੁਣਿਆ ਜਾਵੇਗਾ। ਹੁਣ ਇਹਨੂੰ ਜਿਹੜਾ ਸੁਣੇਗਾ ਆਈਨੀ ਕੋਰਟ ਸੁਣੇਗਾ। ਹਕੂਮਤ ਦੀਗਰ ਜਮਾਤਾਂ ਨੂੰ ਨਾਲ ਮਿਲਾ ਦੇ, ਸੀਟ ਮਿਲ ਜਾਏਗੀ। ਫਿਰ ਪਾਰਲੀਮੈਂਟ 'ਚ 27ਵੀਂ ਆਨੀ ਤਰਮੀਮ ਪਾਸ ਕਰ ਦਿੱਤੀ ਜਾਵੇਗੀ। ਚੀਫ ਜਸਟਿਸ ਦੇ ਤਰੀਖੀ ਫੈਸਲੇ ਨੇ, ਇਹਨਾਂ ਨੂੰ ਕਾਜ਼ੀ ਫਾਇਜ਼ ਈਸਾ ਸਾਹਿਬ ਦੇ ਫੈਸਲਿਆਂ ਨੂੰ ਹਕੂਮਤ ਜਿਹੜੀ ਮੁੱਤਾਂ ਤੇ ਯਾਦ ਰੱਖਿਆ ਜਾਵੇਗਾ। ਤੇ ਜਿਹੜੇ ਨਵੇਂ ਚੀਫ ਜਸਟਿਸ ਸਾਹਿਬ ਆਏ ਨੇ, ਉਹ ਮਸਜਿਦ 'ਚ ਨਮਾਜ਼ ਪੜ੍ਹਦੇ ਪਏ ਸਨ। ਤਾਂ ਇੱਕ ਬੰਦੇ ਨੇ ਵੀਡੀਓ ਬਣਾਈ ਤੇ ਜਦ ਉਹਨਾਂ ਨੂੰ ਬਾਹਰ ਨਿਕਲੇ ਨਮਾਜ਼ ਪੜ੍ਹਦੇ ਤੇ ਬਾਅਦ ਜਦ ਉਹਦੇ ਅਫਸਰ ਦੇ ਕੋਲ ਪੜ੍ਹਾ ਛੱਡੇ ਗਏ, ਉਹਨੂੰ ਜਿਆਦਾ ਫਾਰਗ ਕਰ ਦਿੱਤਾ ਗਿਆ। SP ਸਾਹਿਬ ਨੂੰ ਜਿਹੜਾ ਸਿਕਿਉਰਿਟੀ ਦੇ ਉੱਤੇ ਅਫੀਸਰ ਸੀ, ਫਾਰਗ ਕਰ ਦਿੱਤਾ ਗਿਆ।
ਉਹ ਜਸਟਿਸ ਸਾਹਿਬ ਨਮਾਜ਼ ਪੜ੍ਹਦੇ ਪਏ, ਤੇਰਾ ਕੰਮ ਹੀ ਨਹੀਂ ਬਣਦਾ, ਤੂੰ ਜਿਆਦਾ ਵੀਡੀਓ ਬਣਾਉਣ ਡੇਗਾ। ਇਹ ਕੋਈ ਹੈਡਲਾਈਨ ਹੈਗੀ, ਇਹ ਬੰਦਾ ਨਮਾਜ਼ ਪੜ੍ਹਦਾ ਪਿਆ ਤੇ ਤੂੰ ਉਹਦੀ ਜਿਆਦਾ ਵੀਡੀਓ ਬਣਾਉਣ ਡਿਆ ਗਿਆ। ਤਾਂ ਖੈਰ ਉਹਨਾਂ ਨੇ ਜਿਹੜਾ ਹੈਗਾ ਸੀ ਨਾ ਉਹਦੇ ਖਿਲਾਫ ਜਸਟਿਸ ਸਾਹਿਬ ਨੇ ਨਾ, ਇਹ ਕੋਈ ਹੈਡਲਾਈਨ ਤਾਂ ਨਹੀਂ ਸੀਗੀ, ਲੇਕਿਨ ਇਹਨਾਂ ਜਿਹੜੇ ਯੂਟਿਊਬਰ ਹੈਗੇ ਸੀ ਨਾ, ਜਿੰਨੇ ਵੀ ਯੂਟਿਊਬਰ ਹੈਗੇ ਸਨ, ਅਸੀਂ ਇਹਨਾਂ ਦੀ ਗੱਲ ਨਹੀਂ ਕਰਦੇ, ਅਸੀਂ ਆਪ ਯੂਟਿਊਬਰ ਹੈਗੇ ਆ, ਇਹਨਾਂ ਦੀ ਸੁਪਰੀਮ ਕੋਰਟ ਦਾਖਲੇ ਤੇ ਪਾਬੰਦੀ ਲਾ ਦਿੱਤੀ ਹੈ। ਜਸਟਿਸ ਯਹੀਆ ਅਫਰੀਦੀ ਸਾਹਿਬ ਨੇ ਇਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਇਹ ਬੰਦਾ, ਕੋਈ ਬੰਦਾ ਵੀ ਜਿਹੜਾ ਹੈਗਾ ਨਾ ਸੁਪਰੀਮ ਕੋਰਟ ਦੇ ਵਿੱਚ ਨਹੀਂ ਵੜ ਸਕਦਾ ਹੁਣ, ਕੋਈ ਵੀ ਯੂਟਿਊਬਰ ਜਿਹੜਾ ਹੈਗਾ। ਤੇ ਇਹ ਲਿਹਾਜ਼ਾ ਨਾਕਾਮ ਰਹੇ ਨੇ। ਬਾਕੀ ਗੱਲ ਇਹ ਹੈ ਕਿ ਕਾਜ਼ੀ ਫਾਇਜ਼ਾ ਸਾਹਿਬ, ਜਿਹਨੂੰ ਅੱਲਾ ਇੱਜ਼ਤ ਦੇਵੇ ਤੇ ਉਹਨੂੰ ਅੱਲਾ ਪਾਕ ਇੱਜ਼ਤ ਦਿੰਦਾ ਗਿਆ ਹੈ, ਠੀਕ ਹੈ ਨਾ। ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਇਹਨਾਂ ਦੇ ਖਿਲਾਫ ਰੈਫਰੈਂਸ ਲੈ ਦਿਆ, ਲੇਕਿਨ ਜਿਹੜਾ ਹੈਗਾ ਨਾ, ਇਹ ਤੁਸੀਂ ਹਿਸਾਬ ਲਾ ਦਿਓ ਕਾਜ਼ੀ ਫਾਇਜ਼ ਈਸਾ ਦੇ ਫੈਸਲਿਆਂ ਦੀ ਵੀ ਉਦੋਂ ਅੱਲਾ ਪਾਕ ਨੇ ਜਿਹੜਾ ਹੈਗਾ ਨਾ, ਪਾਕਿਸਤਾਨ ਦਾ ਅਦਲੀਆ ਦਾ ਸਰ ਬੁਲੰਦ ਕੀਤਾ ਗਿਆ। ਆਲਮੀ ਬਰਾਦਰੀ ਦੇ ਵਿੱਚ ਪਾਕਿਸਤਾਨ ਦੀ ਅਦਲੀਆ ਦੀ ਰੈਂਕਿੰਗ ਵੀ ਬਿਹਤਰ ਹੋਈ ਹੈ। ਅੱਲਾ ਪਾਕ ਸਾਰਿਆਂ ਨੂੰ ਜਿਹੜਾ ਹੈਗਾ ਨਾ, ਇਹਦੇ ਸਾਨੂੰ ਸਾਡੇ ਮੁਲਕ ਨੂੰ ਕਾਮਯਾਬ ਤਰੀਨ ਬਣਾਵੇ। ਆਮੀਨ। अस्सलाम वालेकुम वरहमतुल्लाह।